ਸਤਿ ਸ਼੍ਰੀ ਅਕਾਲ। ਲੋਕਗਣ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਵਿਸ਼ਵ ਚਿੰਤਕ ਡਾਕਟਰ ਸਵਰਾਜ ਸਿੰਘ। ਡਾਕਟਰ ਸਾਹਿਬ ਜੀ ਆਏ ਦੋਸਤੋ। ਅੱਜ ਫਿਰ ਡਾਕਟਰ ਸਾਹਿਬ ਨਾਲ ਅਸੀਂ ਆਪਣੀ ਗੱਲ ਅੱਗੇ ਵਧਾਵਾਂਗੇ ਧਰਮ ਦੇ ਨਾਮ ਤੇ। ਅੱਜ ਥੋੜ੍ਹਾ ਜਿਹਾ ਵਿਸ਼ਾ ਵੱਖਰਾ ਹੈਗਾ। ਅਸੀਂ SGPC ਦੀ ਗੱਲ ਕਰਦੇ ਹਾਂ, ਸ਼੍ਰੋਮਣੀ ਕਮੇਟੀ ਦੀ ਗੱਲ ਕਰਦੇ ਹਾਂ ਕਿ ਸਿੱਖ ਧਰਮ ਦੇ ਵਿੱਚ ਜੋ ਇੱਕ ਸਿੱਖ ਰਾਜਨੀਤੀ ਦਾ ਪਾਰਟ ਹੈ, ਉਹ ਪਾਰਟ ਅਲੱਗ ਤਰੀਕੇ ਨਾਲ ਵਰਕ ਕਰਦਾ। ਚੋਣਾਂ ਦੇ ਰੂਪ ਦੇ ਵਿੱਚ ਉਹ ਪਾਰਟ ਹੈ ਜੋ ਰਾਜਨੀਤਿਕ ਤੇ ਧਰਮ ਦਾ ਆਪਣਾ ਕੰਮ ਕਰਦਾ, ਜਿਹਨੂੰ ਅਸੀਂ ਸ਼੍ਰੋਮਣੀ ਕਮੇਟੀ ਕਹਿੰਦੇ ਹਾਂ। ਹਾਲਾਂਕਿ ਲੰਮੇ ਸਮੇਂ ਦਾ ਰੌਲਾ ਵੀ ਪਈ ਜਾਂਦਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆਖਰ ਕਰਵਾਈਆਂ ਕਿਉਂ ਨਹੀਂ ਜਾਂਦੀਆਂ। ਪਰ ਇਸ ਤੋਂ ਅੱਗੇ ਜਾ ਕੇ ਵੀ ਗੱਲ ਕਰਨੀ ਬਣਦੀ ਹੈ, ਕਿਉਂਕਿ ਅਸੀਂ ਬੜਾ ਥੋੜ੍ਹੇ ਇੱਕ ਛੋਟੇ ਬਾਕਸ ਦੇ ਵਿੱਚ ਸੋਚਦੇ ਹਾਂ, ਵੱਡੀ ਫਰੇਮ ਦੇ ਵਿੱਚ ਅਸੀਂ ਨਹੀਂ ਸੋਚਦੇ। ਵੱਡੇ ਧਰਮ ਨੇ ਸੰਸਾਰ ਦੇ ਵਿੱਚ, ਕ੍ਰਿਸਚਨ ਨੇ, ਇਸਲਾਮ ਹੈ, ਬੁੱਧ ਧਰਮ ਹੈ, ਹਿੰਦੂਇਜ਼ਮ ਹੈ, ਹਿੰਦੂ ਧਰਮ ਹੈ। ਸੋ ਉਹਨਾਂ ਦੇ ਵਿੱਚ ਵੀ ਕੀ ਚੋਣਾਂ ਦਾ ਕੰਸੈਪਟ ਹੈਗਾ, ਜਾਂ ਫਿਰ ਆਹ ਕਮੇਟੀਆਂ ਦਾ, ਚੋਣਾਂ ਦਾ, ਪ੍ਰਧਾਨਗੀਆਂ ਦਾ ਜਿਹੜਾ ਇੱਕ ਤੌਰ ਤਰੀਕਾ, ਇਹ ਤੌਰ ਤਰੀਕਾ ਕੀ ਫਿਰ ਸਿੱਖਾਂ ਦੇ ਵਿੱਚ ਹੈ? ਇਸ ਮਸਲੇ 'ਤੇ ਗੱਲ ਕਰਾਂਗੇ। ਵੈਸੇ ਤਾਂ ਧਰਮ ਦਾ ਕਿਹਾ ਜਾਂਦਾ ਕਿ ਬੜਾ ਸੈਂਸਿਟਿਵ ਮੁੱਦਾ ਹੁੰਦਾ, ਜ਼ਿਆਦਾ ਤੇ ਉਹ ਨਹੀਂ ਕਰਨਾ ਚਾਹੀਦਾ। ਪਰ ਜਦੋਂ ਡਾਕਟਰ ਸਾਹਿਬ ਵਰਗੇ ਸਾਡੇ ਕੋਲ ਵਿਸ਼ਵ ਚਿੰਤਕ ਬੁੱਧੀਜੀਵੀ ਹੈਗੇ ਨੇ, ਫਿਰ ਗੱਲ ਜ਼ਰੂਰ ਖੁੱਲ੍ਹ ਕੇ ਹੋਣੀ ਚਾਹੀਦੀ ਹੈ। ਡਾਕਟਰ ਸਾਹਿਬ, ਮੈਨੂੰ ਨਹੀਂ ਲੱਗਦਾ ਹੈਗਾ ਕਿ ਜ਼ਿਆਦਾਤਰ ਇਸ ਮੁੱਦੇ ਦੇ ਉੱਤੇ ਗੱਲ ਹੋਈ ਹੋਵੇ ਜੀ, ਜਿਸ ਟੌਪਿਕ ਦੇ ਉੱਤੇ ਅੱਜ ਆਪਾਂ ਗੱਲ ਕਰ ਰਹੇ ਹਾਂ, ਦਰਸ਼ਕਾਂ ਨੂੰ ਆਪਾਂ ਜਾਣਕਾਰੀ ਦੇ ਰਹੇ ਹਾਂ ਕਿ ਵੱਡੇ ਵੱਡੇ ਧਰਮ ਨੇ ਸੰਸਾਰ ਦੇ ਵਿੱਚ। ਉਹਨਾਂ ਧਰਮਾਂ ਦੀ ਜਿਹੜੀ ਜਾਂ ਮੈਨੇਜਮੈਂਟ ਕਹਿ ਲਓ ਉਹਨਾਂ ਧਰਮਾਂ ਦੀ, ਜਾਂ ਪ੍ਰਬੰਧ ਕਹਿ ਲਓ ਜੋ ਧਰਮਾਂ ਦਾ, ਕਿ ਉਹਨਾਂ ਧਰਮਾਂ ਦੇ ਜੋ ਰਾਜਨੀਤੀ ਹੈ ਉਸ ਦਾ ਪ੍ਰਬੰਧ। ਹਾਲਾਂਕਿ ਸਿੱਖਾਂ ਦੇ ਵਿੱਚ ਸਿੱਖ ਰਾਜਨੀਤੀ ਅਲੱਗ ਚੱਲਦੀ ਹੈ, ਸਿੱਖ ਸੰਸਥਾਵਾਂ ਨੂੰ ਸਾਂਭਣ ਦੀ ਰਾਜਨੀਤੀ ਹੈ ਉਹ ਰਾਜਨੀਤਿਕ ਅਲੱਗ ਤਰੀਕੇ ਦੇ ਨਾਲ ਵਰਕ ਕਰਦੀ ਹੈ। ਕੀ ਹੋਰ ਧਰਮਾਂ ਦੇ ਵਿੱਚ ਵੀ ਆਹ ਸੈਟਅਪ ਹੈਗਾ ਇਲੈਕਸ਼ਨ ਸ਼ਡਿਊਲ ਦਾ? ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਵੀ ਕਿਸੇ ਹੋਰ ਧਰਮ ਦੇ ਵਿੱਚ ਇਸ ਤਰ੍ਹਾਂ ਦੀਆਂ ਇਲੈਕਸ਼ਨ ਨਹੀਂ ਹੁੰਦੀਆਂ ਜੋ ਸਿੱਖਾਂ ਦੇ ਵਿੱਚ ਹੁੰਦੀਆਂ। ਔਰ ਇਹ ਜਿਹੜੀਆਂ ਇਲੈਕਸ਼ਨ ਵੀ ਸਿੱਖਾਂ ਸ਼ੁਰੂ ਹੋਈਆਂ ਹੈਗੀਆਂ, ਇਹ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਉਦੋਂ ਹੀ ਸ਼ੁਰੂ। ਸਿੱਖਾਂ ਦੀ ਪਰੰਪਰਾ ਨਹੀਂ ਹੈ, ਬਲਕਿ ਇਲੈਕਸ਼ਨ ਜਿਹੜੀ ਗਿਣਤੀ ਦੇ ਨਾਲ ਕਿ ਵੋਟਾਂ ਪਵਾ ਕੇ ਵੀ ਕਿੰਨੇ ਬੰਦੇ ਜਿਹੜੇ ਜਿੱਧਰ ਬਹੁ ਗਿਣਤੀ ਆ ਉਹ ਬੰਦਾ ਚੁਣਿਆ ਜਾਂਦਾ, ਇੱਦਾਂ ਦੀ ਮਤਲਬ ਸਿੱਖ ਪਰੰਪਰਾ ਦੇ ਵਿੱਚ ਇਹ ਸੰਕਲਪ ਹੈ ਹੀ ਨਹੀਂ ਕਿ ਜਿਹੜਾ ਵੀ ਬਹੁ ਗਿਣਤੀ ਜਿੱਧਰ ਹੋਏਗੀ ਉਹ ਮਤਲਬ ਜਿਹੜਾ ਚੁਣਿਆ ਜਾਏਗਾ। ਇਹਨੂੰ ਕਹਿੰਦੇ ਨੇ ਇਲੈਕਸ਼ਨ ਬਾਈ ਨੰਬਰਸ। ਸਿੱਖ ਜਿਹੜਾ ਸਿਧਾਂਤ ਹੈ ਬਿਲਕੁਲ ਇਸ ਤੋਂ ਵੱਖਰਾ ਹੈਗਾ, ਉਹ ਹੈ ਸਿਲੈਕਸ਼ਨ ਬਾਈ ਕੰਸੈਂਸਸ। ਬਈ ਸਹੀ ਬੰਦੇ ਦੀ ਇੱਕ ਸਰਬਸਹਿਮਤੀ ਨਾਲ ਜਿਹੜੀ ਹੈ ਉਹ ਚੋਣ ਹੋਣੀ ਚਾਹੀਦੀ ਹੈ। ਇਹ ਹਾਂਜੀ, ਤੋ ਇਹ ਜਿਹੜੀ ਚੀਜ਼ ਹੈਗੀ ਹੈ ਬੁਨਿਆਦੀ ਤੌਰ 'ਤੇ ਜਿਹੜਾ ਹੈਗਾ, ਜਿਹੜਾ ਹੁਣ ਜਿਹੜੀਆਂ ਹੋ ਰਹੀਆਂ ਨੇ ਉਹਦੇ ਨਾਲੋਂ ਵੱਖਰਾ ਹੈ ਸਿੱਖ ਸਿਧਾਂਤ ਤੋਂ। ਇਹ ਬਿਲਕੁਲ ਜਿਹੜਾ ਇੱਦਾਂ ਦੀਆਂ ਜਿਹੜੀਆਂ ਮਤਲਬ ਚੋਣ ਜਿਹੜੀ ਹੈਗੀ, ਇਹ ਸਿੱਖ ਸੰਕਲਪ ਨਹੀਂ ਹੈਗਾ, ਸਿੱਖ ਸਿਧਾਂਤ ਨਹੀਂ ਹੈਗਾ। ਇਹ ਨਾ ਇਹ ਕਦੀ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਮਤਲਬ ਸੀਗਾ। ਇਹ ਜ਼ਾਹਰ ਹੈ ਕਿ ਇਹ ਗੁਲਾਮੀ ਦੇ ਵਿੱਚੋਂ ਉਪਜਿਆ ਹੈਗਾ। ਤੇ ਥੋੜ੍ਹਾ ਜਿਹਾ ਇਸ ਦੇ ਪਿਛੋਕੜ ਬਾਰੇ ਦੱਸੋ। ਦੇਖੋ ਨਾ, ਜਦੋਂ ਮਤਲਬ ਇਹ ਜਿੰਨੀਆਂ ਸੰਸਥਾਵਾਂ ਹੁਣ ਬਣੀਆਂ ਨੇ, ਮਤਲਬ ਹੁਣ ਦੀਆਂ ਮੌਜੂਦਾ, ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਵਿੱਚ ਇਹ ਵੀ ਸ਼ਾਮਲ ਹੈ। ਲੇਕਿਨ ਜਿਹੜੀ ਸਭ ਤੋਂ ਇੱਕ ਕੌੜੀ ਸੱਚਾਈ ਇਹ ਹੈ ਵੀ ਇਹ ਜਿਹੜੀ ਸੰਸਥਾ ਹੈਗੀ ਆ, ਇਹ ਮਤਲਬ ਆਪਣੇ ਆਪ ਨੇ ਸਿੱਖਾਂ 'ਚ ਮਤਲਬ ਇਹ ਵਿਕਸਿਤ ਹੋਈ, ਬਲਕਿ ਇਹ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਇਹ ਸੰਸਥਾ ਬਣਾਈ ਗਈ ਹੈ। ਹਾਂਜੀ, ਤਾਂ ਸਰਕਾਰੀ ਦਖਲ ਨਾਲ ਜਿਹੜੀ ਆ ਬਣਾਈ ਗਈ ਹੈ। ਔਰ ਦਖਲ ਵੀ ਉਹ ਸਰਕਾਰ ਦਾ ਜਿਹੜੀ ਇੱਕ ਵਿਦੇਸ਼ੀ ਸਰਕਾਰ ਹੈ। ਤੋ ਜ਼ਾਹਰ ਹੈ ਕਿ ਮਤਲਬ ਜਿਹੜਾ ਹੈਗਾ ਇੱਕ ਵਿਦੇਸ਼ੀ ਜਿਹੜੀ ਸਰਕਾਰ ਸੀ, ਉਹ ਮਤਲਬ ਸਾਡੀਆਂ ਜਿਹੜੀ ਪੂਰੀ ਤਰ੍ਹਾਂ ਸਾਡੇ ਸੱਭਿਆਚਾਰ ਜਾਂ ਸਾਡੇ ਕਦਰਾਂ ਕੀਮਤਾਂ ਨੂੰ ਪਹਿਲੀ ਗੱਲ ਤੋਂ ਸਮਝਣ ਦੇ ਕਾਬਿਲ ਹੀ ਨਹੀਂ ਹੋ ਸਕਦੀ। ਕੋਈ ਵੀ ਜਿਹੜਾ ਇੱਕ ਕਿਸੇ ਦੀ ਮਤਲਬ ਬਹੁਤ ਬਰੀਕੀ ਦੇ ਵਿੱਚ ਸੱਭਿਆਚਾਰ ਜਾਂ ਕਦਰਾਂ ਕੀਮਤਾਂ ਨੂੰ ਸਮਝਣਾ, ਇਹ ਸੰਭਵ ਹੀ ਨਹੀਂ ਹੈਗਾ ਕਿ ਕਿਸੇ ਜਿਹੜਾ ਉਸ ਧਰਤੀ ਦੀ ਪੈਦਾਵਾਰ ਨਹੀਂ ਹੈਗਾ, ਬਾਹਰੋਂ ਆ ਕੇ ਉਹ ਨਹੀਂ ਸਮਝ ਸਕਦਾ। ਮਤਲਬ ਬਹੁਤ ਮੁਸ਼ਕਿਲ ਹੈ ਕਿ ਤੋ ਇਸ ਕਰਕੇ ਦੂਸਰੀ ਚੀਜ਼ ਕਿ ਜਿਹੜੀ ਵਿਦੇਸ਼ੀ ਸਰਕਾਰ ਹੈ ਉਹ ਇੱਕ ਕਾਬਜ਼ ਹੈ, ਉਹ ਇੱਕ ਰਾਜ ਕਰ ਰਹੀ ਹੈ ਤੁਹਾਨੂੰ, ਜਿਹਨੇ ਗੁਲਾਮ ਬਣਾਇਆ ਹੋਇਆ। ਤਾਂ ਉਹਦੀ ਜਿਹੜੀ ਭਾਵਨਾ, ਮੂਲ ਭਾਵਨਾ ਹੈਗੀ, ਉਹ ਕਦੇ ਵੀ ਲੋਕਾਂ ਦੇ ਹੱਕ 'ਚ ਨਹੀਂ ਹੋ ਸਕਦੀ।
ਉਹਦੀ ਭਾਵਨਾ ਆਪਣੇ ਰਾਜ ਨੂੰ ਸਥਾਪਿਤ ਰੱਖਣ ਦੇ ਵੀ ਸਾਡੇ ਰਾਜ ਨੂੰ ਕੋਈ ਜਿਹੜੀ ਚੁਣੌਤੀ ਨਾ ਹੋਵੇ ਜਾਂ ਸਾਨੂੰ ਕੋਈ ਦਿੱਕਤ ਨਾ ਆਵੇ। ਤਾਂ ਉਹਨਾਂ ਦੀਆਂ ਜਿਹੜੇ ਪਹਿਲਾਂ ਨੇ ਇਹ ਕਦੇ ਨਹੀਂ ਹੋ ਸਕਦਾ ਵੀ ਉਹ ਮਤਲਬ ਜਿਹੜਾ ਵੀ ਉਹ ਸਾਡੇ ਸੰਸਥਾ ਬਣਾਉਣ ਜਿਹੜੀ ਸਾਡੇ ਲਈ ਲਾਹੇਵੰਦ ਹੋਵੇ ਜਾਂ ਸਾਡੇ ਲੋਕਾਂ ਦੇ ਹੱਕ 'ਚ ਜਾਂਦੀ ਹੋਵੇ। ਇਹ ਕਿਸ ਤਰ੍ਹਾਂ ਹੋ ਸਕਦਾ ਕਿ ਮਤਲਬ ਜਿਹੜਾ ਜ਼ਾਹਰ ਹੈ ਕਿ ਅੱਜ ਜਿਹੜਾ ਬਹੁਤ ਸਾਰੇ ਸਾਡੇ ਜਿਹੜੇ ਕਈ ਵਿਦਵਾਨ ਵੀ ਜਿਹੜੇ ਨੇ ਉਹ ਮਤਲਬ ਇੱਕ ਸਾਡਾ ਸਿੱਖਾਂ ਦਾ ਦੁਖਾਂਤ ਹੈ ਕਿ ਉਹ ਮਤਲਬ ਜਿਹੜਾ ਗੁਲਾਮੀ ਨੂੰ ਜਿਹੜਾ ਬੜਾ ਅੱਛਾ ਰੰਗ ਦੇ ਕੇ ਜਿਹੜਾ ਗੁਲਾਮੀ ਤਾਂ ਗੁਲਾਮੀ ਹੈ ਜਿਹੜੇ ਪਹਿਲੇ ਸਿੱਖ ਸੀ ਜਦੋਂ ਜੋ ਸਾਡਾ ਰਾਜ ਜਾਂ ਤਾਂ ਹੁੰਦਾ ਨਾ ਕਿ ਬੜੇ ਪ੍ਰੇਮ ਨਾਲ ਅੰਗਰੇਜ਼ ਨੇ ਆ ਕੇ ਉਹਨਾਂ ਤੋਂ ਲੈ ਲਿਆ। ਬਹੁਤ ਮਤਲਬ ਇਹ ਜੇ ਅਸੀਂ ਐਂਗਲੋ ਸਿੱਖ ਵਾਰਸ ਦੇਖੀਏ ਕਿ ਇਸ ਤਰ੍ਹਾਂ ਨਹੀਂ ਮਤਲਬ ਕੋਈ ਬੜੀ ਵੀ ਆ ਕੇ ਆਪਣੀ ਮਰਜ਼ੀ ਨਾਲ ਜਿੱਦਾਂ ਇੱਥੋਂ ਦੀਆਂ ਜਿਹੜੀਆਂ ਸੀਗੀਆਂ ਜਿਹੜੀਆਂ ਰਿਆਸਤਾਂ ਸੀਗੀਆਂ ਇਹਨਾਂ ਨੇ ਆਪਣੀ ਮਰਜ਼ੀ ਨਾਲ ਅੰਗਰੇਜ਼ ਦੀ ਗੁਲਾਮੀ ਕੰਬੋਲੀ ਹੈ। ਇਹਨਾਂ ਨੇ ਜਿਹੜਾ ਉਹਨਾਂ ਦਾ ਬ੍ਰਿਟਿਸ਼ ਸਬਸਿਡੀ ਸਿਸਟਮ ਸੀਗਾ ਉਹ ਇਹਨਾਂ ਨੇ ਮੰਨ ਲਿਆ ਕਿ ਚਾਹੇ ਇਹ ਕਹਿ ਰਹੇ ਨੇ ਕਿ ਸਾਡੇ ਕੋਲ ਜੇ ਅਸੀਂ ਇਹ ਨਾ ਕਰਦੇ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਸਾਨੂੰ ਗੁਲਾਮ ਬਣਾ ਲੈਣਾ ਸੀ। ਸਾਡੇ ਕੋਲ ਮਤਲਬ ਚੋਇਸ ਨਹੀਂ ਸੀਗੀ ਕਿ ਅਸੀਂ ਅੰਗਰੇਜ਼ ਦੀ ਗੁਲਾਮੀ ਲਈਏ ਕਿ ਮਹਾਰਾਜਾ ਰਣਜੀਤ ਸਿੰਘ ਦੀ ਗੁਲਾਮੀ ਲਈਏ। ਪਰ ਫਿਰ ਵੀ ਮਤਲਬ ਜਿਹੜਾ ਇਹਨਾਂ ਨੇ ਇਹ ਵੀ ਕਿਹਾ ਵੀ ਇੱਕ ਤੱਪ ਦੇ ਕਹਤੇ ਇੱਕ ਪਲੇਗ ਹੈ, ਇਸ ਤਰ੍ਹਾਂ ਦੀਆਂ ਗੱਲਾਂ ਵੀ ਕੀਤੀਆਂ ਹੈਗੀਆਂ ਨਾ ਇੱਥੋਂ ਦੇ ਮਹਾਰਾਜਾ ਨੇ ਮਤਲਬ। ਲੇਕਿਨ ਸੱਚਾਈ ਤਾਂ ਇਹ ਹੈ ਕਿ ਇਹਨਾਂ ਨੇ ਜਿਹੜੀ ਗੁਲਾਮੀ ਆਪਣੀ ਮਰਜ਼ੀ ਨਾਲ ਕਬੂਲੀ ਹੈ ਅੰਗਰੇਜ਼ ਦੀ। ਹਾਂਜੀ, ਤਾਂ ਜਿਹੜੀ ਮੁੱਖ ਜਿਹੜਾ ਖਾਲਸਾ ਰਾਜ ਸੀਗਾ ਉਹ ਜਿਹੜੀ ਅੰਗਰੇਜ਼ ਨੇ ਲੜ ਕੇ ਲਈ ਔਰ ਸਾਡੇ ਲੋਕਾਂ ਨੇ ਮਤਲਬ ਦੋ ਜਿਹੜੀਆਂ ਐਂਗਲੋ ਸਿੱਖ ਵਾਰਸ ਹੋਈਆਂ ਜਿਹੜੀਆਂ ਅੰਗਰੇਜ਼ਾਂ ਦੇ ਸਿੱਖਾਂ ਦੇ ਔਰ ਬੜੀ ਖੂਨੀ ਲੜਾਈ ਹੋਈ ਹੈ। ਇਹ ਨਹੀਂ ਕਿ ਛੋਟੀ ਜਿਹੀ ਲੜਾਈ ਹੋਈ ਹੈ। ਠੀਕ ਹੈ ਕਿ ਮਤਲਬ ਪਹਿਲੀ ਲੜਾਈ 'ਚ ਸਾਨੂੰ ਮਤਲਬ ਜਿਹੜਾ ਸਾਡੇ ਆਪਣੇ ਗਦਾਰਾਂ ਨੇ ਜਿਨ੍ਹਾਂ ਨੇ ਅੰਗਰੇਜ਼ ਦੇ ਜਿਨ੍ਹਾਂ ਨੇ ਬੰਦੇ ਖਰੀਦੇ ਹੋਏ ਸੀ ਉਹ ਮਿਲੇ ਹੋਏ ਸੀ ਉਹਨਾਂ ਨੇ ਸਾਨੂੰ ਹਰਾਉਣ 'ਚ ਬਹੁਤ ਯੋਗਦਾਨ ਪਾਇਆ ਵੀ ਅਸੀਂ ਪੂਰੀ ਆਪਣੀ ਸਮਰੱਥਾ ਨਾਲ ਨਹੀਂ ਲੜ ਸਕੇ। ਪਰ ਦੂਜੀ ਜਿਹੜੀ ਲੜਾਈ ਹੈ ਉਹਦੇ 'ਚ ਬਹੁਤ ਜਿਹੜੀ ਹੈ ਸਿੱਖਾਂ ਨੇ ਬਹਾਦਰੀ ਦਿਖਾਈ ਹੈ। ਉਹਦੇ 'ਚ ਅਤੇ ਉਹਦੇ ਜਿਹੜੀ ਖਾਸ ਕਰਕੇ ਜਿਹੜਾ ਚੇਲਿਆਂ ਵਾਲਾ ਦਾ ਯੁੱਧ ਹੈ ਉਹਦੇ ਵਿੱਚ ਤਾਂ ਮਤਲਬ ਜਿਹੜੇ ਇੰਨੀ ਬਹਾਦਰੀ ਨਾਲ ਸਿੱਖ ਲੜੇ ਆ ਕਿ ਜਿਹੜੇ ਅੰਗਰੇਜ਼ ਇਤਿਹਾਸਕਾਰ ਇਹ ਕਹਿ ਰਹੇ ਆ ਕਿ ਜੇ ਇੱਦਾਂ ਦਾ ਇੱਕ ਹੋਰ ਯੁੱਧ ਅੰਗਰੇਜ਼ਾਂ ਨੂੰ ਲੜਨਾ ਪੈ ਜਾਂਦਾ ਤਾਂ ਉਹਨਾਂ ਦਾ ਰਾਜ ਸਾਰੀ ਦੁਨੀਆ 'ਚ ਖਤਮ ਹੋ ਜਾਣਾ ਸੀ। ਇਹ ਅੰਗਰੇਜ਼ ਇਤਿਹਾਸਕਾਰ ਕਹਿ ਰਹੇ ਆ। ਇੰਨੀ ਮਤਲਬ ਅੰਗਰੇਜ਼ਾਂ ਨੂੰ ਇਹ ਕੀਮਤ ਚੁਕਾਉਣੀ ਪਈ ਹੈ ਇੰਨੀ ਲੜਾਈ ਦੇ 'ਚ। ਤਾਂ ਠੀਕ ਹੈ ਕਿ ਅਖੀਰ ਦੇ ਜਿਹੜੀ ਉਸ ਤੋਂ ਅਗਲੀ ਲੜਾਈ ਜੇ ਗੁਜਰਾਤ ਦੀ ਕਿ ਉਹਨਾਂ ਨੇ ਸਾਰੇ ਹਿੰਦੁਸਤਾਨ ਦੀਆਂ ਤੋਪਾਂ ਲੈ ਆਉਂਦੀਆਂ ਇੱਥੇ ਤੋਪਾਂ ਦੀ ਲੜਾਈ ਕਹਿੰਦੇ ਤਾਂ ਉਹਦੇ ਨਾਲ ਜਿੱਤ ਗਏ। ਮੈਂ ਕਹਿਣ ਦਾ ਭਾਵ ਹੈ ਕਿ ਇੱਕ ਬਹੁਤ ਸਿੱਖਾਂ ਨੇ ਆਪਣੀ ਆਜ਼ਾਦੀ ਬਚਾਉਣ ਲਈ ਜਿਹੜੀ ਹੈਗੀ ਬਹੁਤ ਜਦੋਜਹਿਦ ਕੀਤੀ ਔਰ ਬਹੁਤ ਮਤਲਬ ਕੁਰਬਾਨੀ ਦਿੱਤੀ ਹੈ ਜੀ। ਅਤੇ ਉਸ ਤੋਂ ਬਾਅਦ ਵੀ ਜਿਹੜਾ ਹੈਗਾ ਅਗਲਾ ਜਿਹੜਾ ਚੈਪਟਰ ਹੈ ਕਿ ਸਿੱਖ ਜਿਹੜੇ ਨੇ ਹਾਰਨ ਤੋਂ ਬਾਅਦ ਲੜਾਈ ਵੀ ਜਦੋਂ ਉੱਥੇ ਚੇਲਿਆਂ ਵਾਲੇ ਦੇ ਵਿੱਚ ਜਾ ਕੇ ਸਰੈਂਡਰ ਕੀਤਾ ਹੈਗਾ ਤਾਂ ਉੱਥੇ ਬਾਬਾ ਮਹਾਰਾਜ ਸਿੰਘ ਜਿਹੜੇ ਨੇ ਉਹ ਨਹੀਂ ਮੰਨੇ। ਉਹਨਾਂ ਨੇ ਕਿਹਾ ਕਿ ਸਿੱਖ ਪਰੰਪਰਾ ਹੀ ਨਹੀਂ ਹੈਗੀ, ਇਹ ਅਸੀਂ ਸਰੈਂਡਰ ਨਹੀਂ ਕਰ ਸਕਦੇ, ਸਿੱਖ ਪਰੰਪਰਾ ਦਾ ਸੰਘਰਸ਼ ਦੀ ਹੈਗੀ, ਸਾਡੀ ਲੜਾਈ ਜਿਹੜੀ ਜਾਰੀ ਰਹੇਗੀ। ਤਾਂ ਉਹਨਾਂ ਨੂੰ ਕਿਹਾ ਦੂਜੇ ਸਰਦਾਰਾਂ ਨੇ ਵੀ ਅੰਗਰੇਜ਼ ਜਿਹੜੇ ਉਹਨਾਂ ਕੋਲ ਤਾਂ ਇੰਨਾ ਅਸਲਾ ਹੈਗਾ, ਸਾਡਾ ਤਾਂ ਅਸਲਾ ਖਤਮ ਹੋ ਗਿਆ, ਤਾਂ ਇੰਨੀਆਂ ਤੋਪਾਂ ਨੇ ਹੋਰ ਅਸਲਾ। ਤਾਂ ਬਾਬਾ ਮਹਾਰਾਜ ਸਿੰਘ ਨੇ ਕਿਹਾ ਕਿ ਅਸੀਂ ਜਿਹੜਾ ਹੈ ਲੋਕ ਹੈ ਸਾਡਾ ਲੋਕਾਂ ਦਾ ਹੀ ਸ਼ਕਤੀ ਨਾਲ ਲੜਾਂਗੇ, ਲੋਕ ਯੁੱਧ ਲੜਾਂਗੇ। ਔਰ ਉਹਨਾਂ ਨੇ ਆ ਕੇ ਪੰਜਾਬ ਦੇ ਵਿੱਚ ਬਹੁਤ ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਔਰ ਪੂਰੀ ਜਿਹੜੀ ਪਲਾਨ ਬਣਾਈ ਕਿ ਕਿਸ ਤਰ੍ਹਾਂ ਅੰਗਰੇਜ਼ ਦਾ ਰਾਜ ਖੋਣਾ ਹੈਗਾ। ਅਤੇ ਲੇਕਿਨ ਉਹ ਮੁਖਬਰੀ ਕਰਨ ਨੂੰ ਜਿਸ ਦਿਨ ਜਲੰਧਰ ਦੇ ਵਿੱਚ ਛਾਉਣੀ ਦੇ ਉੱਤੇ ਹਮਲਾ ਹੋਣਾ ਸੀ ਉਹ ਉਸੇ ਕਿਸੇ ਮੁਖਬਰ ਨੇ ਉਹਨਾਂ ਨੂੰ ਉਸ ਰਾਤ ਫੜਾ ਦਿੱਤਾ। ਅਤੇ ਉਹ ਤੋਂ ਕਹਿਣ ਦਾ ਭਾਵ ਹੈ ਕਿ ਇਹ ਜਿਹੜੀ ਹੈ ਨਾ ਸਾਡੀ ਜਿਹੜੀ ਇੱਕ ਇਹ ਨਹੀਂ ਕਿ ਰਜਾਮੰਦੀ ਦੇ ਨਾਲ ਰਾਜ ਮਤਲਬ ਬਹੁਤ ਅਸੀਂ ਜਦੋਜਹਿਦ ਤਾਂ ਇਹ ਜਿਹੜੀ ਇੱਕ ਬਹੁਤ ਗਲਤ ਭਾਵਨਾ ਸਾਡੇ ਜਿਹੜੀ ਕੁਛ ਜਿਹੜੇ ਵਿਦਵਾਨ ਜਿਹੜੇ ਨੇ ਮਤਲਬ ਉਹ ਹੁਣ ਕਿਉਂਕਿ ਸਾਡਾ ਜਿਹੜਾ ਇੱਕ ਉਹਦੇ 'ਚ ਕਿਉਂਕਿ ਪੱਛਮ ਵੱਲ ਜਿਹੜਾ ਰੁਝਾਨ ਹੋ ਗਿਆ ਹੈਗਾ ਹੁਣ ਬਾਹਰ ਅਸੀਂ ਆਪਣਾ ਭਵਿੱਖ ਜਿਹੜਾ ਉੱਧਰ ਦੇਖਣ ਲੱਗੇ ਹਾਂ ਤਾਂ ਉਹਦੇ 'ਚ ਅਸੀਂ ਜਿਹੜੀ ਇਤਿਹਾਸ ਨੂੰ ਆਪਣੇ ਨੂੰ ਝੁਠਲਾ ਰਹੇ ਹਾਂ ਕਿ ਇਸ ਤਰ੍ਹਾਂ ਜਿਵੇਂ ਕਿ ਅੰਗਰੇਜ਼ ਨੇ ਬੜਾ ਸਾਡੇ 'ਤੇ ਮਤਲਬ ਜਿਹੜਾ ਕੋਈ
ਬੜੇ ਜਿਸ ਤਰ੍ਹਾਂ ਆਸਾਨੀ ਨਾਲ ਹੀ ਸਾਨੂੰ ਮਤਲਬ ਸਹਿਮਤੀ ਨਾਲ ਹੀ ਰਾਜ ਲੈ ਲਿਆ, ਨਹੀਂ, ਬਹੁਤ ਅਸੀਂ ਜਦੋਜਹਿਦ ਉਸ ਵੇਲੇ ਵੀ ਕੀਤੀ, ਔਰ ਬਾਬਾ ਮਹਾਰਾਜ ਸਿੰਘ ਦੇ ਵੇਲੇ ਵੀ ਬੜੀ ਕੁਰਬਾਨੀ ਹੋਈ ਹੈਗੀ ਆ ਮਤਲਬ, ਔਰ ਬਹੁਤ ਵੱਡੀ ਕੁਰਬਾਨੀ ਹੋਈ, ਔਰ ਤਕਰੀਬਨ ਹਾਂਜੀ ਸਰ, ਇੱਕ ਹੋਰ ਵੀ ਸਵਾਲ ਹੈ ਐਸਜੀਪੀਸੀ ਨੂੰ ਲੈ ਕੇ, ਇਸ ਗੱਲ ਨੂੰ ਅੱਗੇ ਵਧਾਵਾਂਗੇ। ਜੇਕਰ ਉਦੋਂ ਨਾ ਐਸਜੀਪੀਸੀ ਦਾ ਸੈਟਅਪ ਬਣਦਾ ਸ਼੍ਰੋਮਣੀ ਕਮੇਟੀ ਦਾ, ਫਿਰ ਅੱਜ ਸਿੱਖ ਸੰਸਥਾਵਾਂ ਦਾ ਪ੍ਰਬੰਧ ਕਿਸ ਰੂਪ ਦੇ ਵਿੱਚ ਹੋਣਾ ਸੀ, ਜੇਕਰ ਆਪਾਂ ਆਈਡੀਆ ਲਾ ਕੇ ਦੇਖੀਏ? ਦੇਖੋ ਗੱਲ ਤਾਂ ਸੀ ਕਿ ਪ੍ਰਬੰਧ ਤਾਂ ਚੱਲਿਆ ਕਿ ਬਾਕੀ ਧਰਮ ਵੀ ਤਾਂ ਹੈਗੇ ਹਿੰਦੁਸਤਾਨ 'ਚ, ਜਿਹੜਾ ਮੁਸਲਮਾਨ ਵੀ ਹੈ, ਹਿੰਦੂ ਵੀ ਹੈ, ਸਾਰੇ ਧਰਮ ਹੈਗੇ, ਉਹਨਾਂ ਦਾ ਵੀ ਤਾਂ ਪ੍ਰਬੰਧ ਚੱਲ ਰਿਹਾ। ਉਹਨਾਂ ਦੇ ਮਤਲਬ ਇੰਨੇ ਮੰਦਿਰ ਨੇ, ਇੰਨੀਆਂ ਮਸਜਿਦਾਂ ਨੇ, ਇੰਨੇ ਮਤਲਬ ਹੋਰ ਨੇ ਜੈਨੀਆਂ ਦੇ ਨੇ, ਉਹਨਾਂ ਦਾ ਕੋਈ ਰੁਕਿਆ ਹੈਗਾ? ਤਾਂ ਇਹ ਜਿਹੜੀ ਹੈਗੀ ਹੈ ਸੱਚਾਈ ਇਹ ਹੈ ਕਿ ਵੀ ਸਿੱਖਾਂ ਦੇ ਵਿੱਚ ਜਿਹੜੀ ਉੱਪਰਲੇ ਪਹਿਲੇ ਯੁੱਧ ਤੋਂ ਹੀ ਜਿਹੜੇ ਹੈ ਮਤਲਬ ਸਾਡਾ ਜਿਹੜਾ ਦੁੱਖ ਨਾ ਕਹਿਣਾ ਪੈਂਦਾ ਹੈ ਕਿ ਗਦਾਰੀ ਦਾ ਵੱਡਾ ਇਤਿਹਾਸ ਹੈ ਕਿ ਇਹਨਾਂ ਨੇ ਆਪਣੇ ਲੋਕਾਂ ਨੂੰ ਜਿਹੜੇ ਸਾਡੇ 'ਤੇ ਕਾਬਜ਼ ਰਹੇ ਨੇ ਲੋਕ, ਉਹਨਾਂ ਨੇ ਮਤਲਬ ਜਿਹੜੇ ਆਪਣੇ ਲੋਕਾਂ ਦੇ ਵਿਰੁੱਧ ਜਾ ਕੇ ਸਾਮਰਾਜਿਆਂ ਨਾਲ ਪੂਰੀ ਤਰ੍ਹਾਂ ਗੱਠਜੋੜ ਕੀਤਾ, ਔਰ ਉਹ ਕਾਇਮ ਹੈ, ਅੱਜ ਤੱਕ ਵੀ ਕਾਇਮ ਹੈ। ਤਾਂ ਇਸ ਕਰਕੇ ਸਾਡੇ ਇਹ ਜਿਹੜਾ ਦੇਣਾ ਜਸਟੀਫਿਕੇਸ਼ਨ ਕਿ ਜੀ ਹਾਂ ਜੀ ਜੇ ਮਤਲਬ ਬਾਕੀਆਂ ਦਾ ਵੀ ਤਾਂ ਚੱਲ ਰਿਹਾ ਹੈ, ਅੰਗਰੇਜ਼ ਨੇ ਬਾਕੀਆਂ ਦੇ ਕਿਉਂ ਨਹੀਂ ਬਣਾਤੇ? ਬਾਕੀਆਂ ਨੂੰ ਵੀ ਇੱਦਾਂ ਦੀਆਂ ਹਰ ਇੱਕ ਧਰਮ ਦੀਆਂ ਬਣਾਉਂਦੇ, ਹਿੰਦੂਆਂ ਦੇ ਵੀ ਮੰਦਿਰਾਂ ਲਈ ਵੀ ਬਣਾਉਂਦੇ, ਮਸਜਿਦਾਂ ਲਈ ਵੀ ਬਣਾਉਂਦੇ, ਜੈਨੀਆਂ ਦੇ, ਬੋਧੀਆਂ ਦੇ, ਸਾਰਿਆਂ ਲਈ ਉਹ ਇਹ ਜਿਹੀਆਂ। ਕਾਰਨ ਕੀ ਹੈ? ਇਹੀ ਹੈ ਕਿ ਸਾਡੇ ਜਿਹੜੀ ਇੱਕ ਤਾਂ ਬਹਾਦਰੀ ਹੈ ਕਿ ਬਾਬਾ ਮਹਾਰਾਜ ਸਿੰਘ ਵਰਗੇ ਜਾਂ ਜਿਹੜੇ ਬਹੁਤ ਲੜੇ, ਤਾਂ ਇੱਕ ਜਿਹੜੀ ਹੈਗੀ ਕਿ ਮਤਲਬ ਜਿਹੜੇ ਸਿੱਖ ਸਰਦਾਰਾਂ ਦੀ ਗਦਾਰੀ ਹੈ ਜਿਹੜੀ ਕਿ ਇਹ, ਔਰ ਉਹ ਸਾਡੇ 'ਤੇ ਕਾਬਜ਼ ਰਹੇ ਆ ਜਿਹੜੀ ਗਦਾਰ ਜਮਾਤ ਹੈ, ਅਤੇ ਉਹਨਾਂ ਨੇ ਮਤਲਬ ਜਿਹੜਾ ਕਿ ਆਪਣੀ ਸਿੱਖੀ ਦੀਆਂ ਜਿਹੜੀਆਂ ਹੈਗੀਆਂ ਮੂਲ ਭਾਵਨਾਵਾਂ ਔਰ ਮੂਲ ਜਿਹੜੇ ਸਿਧਾਂਤ ਹੈ ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜਾ ਹੈਗਾ ਤਿਲਾਂਜਲੀ ਦਿੱਤੀ ਹੈ। ਪਹਿਲਾਂ ਮਤਲਬ ਅੰਗਰੇਜ਼ ਦੇ ਨਾਲ ਮਿਲ ਕੇ ਉਹਨਾਂ ਨੇ ਬੈਨੀਫਿਟ ਲੈ ਲਿਆ ਆਪਣੀਆਂ, ਜਦੋਂ ਮਤਲਬ ਸਾਡਾ ਰਾਜ ਗਿਆ ਹੈਗਾ ਤਾਂ ਇਹਨਾਂ ਨੇ ਅੰਗਰੇਜ਼ਾਂ ਨੇ ਇਹਨੂੰ ਸਾਫ਼ ਕਿਹਾ ਵੀ ਤੁਸੀਂ ਰਾਜ ਬਚਾਉਣਾ ਹੈ ਕਿ ਆਪਣੀਆਂ ਜਗੀਰਾਂ, ਅਤੇ ਇਹਨਾਂ ਨੇ ਆਪਣੀਆਂ ਜਗੀਰਾਂ ਬਚਾਉਣ ਨੂੰ ਪਹਿਲ ਦਿੱਤੀ ਹੈ। ਇਹ ਜਿਹੜੇ ਸਾਡੇ 'ਤੇ ਕਾਬਜ਼ ਲੋਕ ਨੇ ਇਹ ਸਿੱਖੀ ਨਾਲ ਗਦਾਰੀ ਕਰ ਚੁੱਕੇ ਸੀ ਬਹੁਤ ਦੇਰ ਪਹਿਲਾਂ, ਆਪਣੇ ਲੋਕ ਜਿਹੜੇ। ਤਾਂ ਇਹ ਤੁਸੀਂ ਇਤਿਹਾਸ ਪੜ੍ਹ ਲਓ ਕਿ ਜਦੋਂ ਮਤਲਬ ਸਮਝੌਤਾ ਹੁੰਦਾ, ਜਦੋਂ ਆਖਰੀ ਮਹਾਰਾਜਾ ਨੇ ਸੈਕਿੰਡ ਸਿੱਖ ਜਦੋਂ ਹਾਰ ਜਾਂਦੇ ਆ, ਅਤੇ ਉਹ ਮਤਲਬ ਉਹਦੇ 'ਚ ਅੰਗਰੇਜ਼ ਨੇ ਕਿਹਾ ਇਹਨਾਂ ਨੂੰ ਕਿ ਭਾਈ ਤੁਸੀਂ ਕਿਹੜੀ ਲੈਣਾ ਵੀ ਤੁਸੀਂ ਰਾਜ ਲੈਣਾ ਕਿ ਆਪਣੀਆਂ ਜਗੀਰਾਂ ਬਚਾਉਣੀਆਂ, ਅਤੇ ਇਹਨਾਂ ਨੇ ਕਿਹਾ ਸੀ ਅਸੀਂ ਤਾਂ ਆਪਣੀਆਂ ਜਗੀਰਾਂ ਬਚਾਉਣੀਆਂ। ਔਰ ਫਿਰ ਜਿਹੜਾ ਮਹਾਰਾਜਾ ਦਲੀਪ ਸਿੰਘ ਹੈਗਾ ਉਸ ਨੇ ਮਤਲਬ ਇੰਨਾ ਜਿਹੜਾ ਹੈਗਾ ਜਾ ਕੇ ਕੋਸ਼ਿਸ਼ ਕੀਤੀ ਕਿ ਪੰਜਾਬ ਨੂੰ ਫਿਰ ਆਜ਼ਾਦ ਕਰਾਇਆ ਜਾਵੇ। ਤਾਂ ਇਹ ਸਾਰੇ ਸਰਦਾਰਾਂ ਨੇ ਉਸ ਨੂੰ ਜਿਹੜੀ ਚਿੱਠੀ ਲਿਖੀ ਹੈ, ਤੁਸੀਂ ਉਹੀ ਪੜ੍ਹ ਲਓ, ਅਤੇ ਇਤਿਹਾਸ ਬੋਲਦਾ ਨਾ, ਕੋਈ ਮੈਂ ਆਪਣੇ ਕੋਲੋਂ ਨਹੀਂ ਗੱਲ ਕਹਿ ਰਿਹਾ ਕਿ ਮਹਾਰਾਜਾ ਦਲੀਪ ਸਿੰਘ ਨੇ ਇੰਨੀ ਮਿਹਨਤ ਨਾਲ ਪੰਜਾਬ ਨੂੰ ਬਾਕੀ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੀ ਪੂਰੀ ਸਕੀਮ ਬਣਾਈ। ਉਹਨੇ ਮਤਲਬ ਜਾ ਕੇ ਮਤਲਬ ਹੋਰ ਦੇਸ਼ਾਂ ਨਾਲ, ਖਾਸ ਕਰਕੇ ਰਸ਼ੀਆ ਨਾਲ ਵੀ ਸਮਝੌਤਾ ਕੀਤਾ, ਹੋਰਾਂ ਨਾਲ ਮਤਲਬ ਕਈ ਦੇਸ਼ਾਂ ਦੇ ਇਨਕਲਾਬੀਆਂ ਨਾਲ ਆਇਰਲੈਂਡ ਦੇ ਵਿੱਚ ਗਿਆ, ਹੋਰਾਂ ਉਹਨੇ ਬਹੁਤ ਪਹਿਲਾ ਜਿਹੜਾ ਪੰਜਾਬੀ ਸੀ ਜਿਹਨੇ ਅੰਤਰਰਾਸ਼ਟਰੀ ਪੱਧਰ 'ਤੇ, ਕੌਮਾਂਤਰੀ ਪੱਧਰ 'ਤੇ ਜਾ ਕੇ ਪੰਜਾਬੀਆਂ ਦੇ ਗੱਲ ਕੀਤੀ। ਲੇਕਿਨ ਹੋਇਆ ਕਿ ਇਹਨਾਂ ਨੇ ਮਤਲਬ ਜਿਹੜੇ ਇੱਥੋਂ ਦੇ ਸਰਦਾਰ ਹੈ ਜਿਹੜੇ, ਇਹਨਾਂ ਨੇ ਉਹਨੂੰ ਲਿਖਿਆ ਕਿ ਚਿੱਠੀ ਜਿਹੜੀ ਲਿਖੀ ਹੈ, ਜਦੋਂ ਉਹਨੇ ਕਿਹਾ ਕਿ ਤੁਸੀਂ ਮੇਰੀ ਹੈਲਪ ਕਰੋ, ਤਾਂ ਇਹਨਾਂ ਨੇ ਕਿਹਾ ਕਿ ਆਪਣਾ ਤੂੰ ਤਾਂ ਘਰ-ਬਾਰ ਗਵਾ ਲਿਆ, ਹੁਣ ਸਾਨੂੰ ਤਾਂ ਆਰਾਮ ਦੀ ਰੋਟੀ ਖਾਣ ਦੇ ਵੀ ਤੂੰ ਮਤਲਬ ਕਿਉਂ ਕਹਿੰਦਾ ਸਾਡੀ ਵੀ ਰੋਟੀ ਖੋਹਣਾ ਚਾਹੁੰਦਾ। ਕਹਿੰਦਾ ਚੁੱਪਚਾਪ ਜਾ ਕੇ ਇਹ ਚਿੱਠੀ ਲਿਖੀ ਹੋਈ ਹੈ, ਤੁਸੀਂ ਇਹ ਸਰਦਾਰਾਂ ਨੇ ਜੋ ਮਹਾਰਾਜਾ ਦਲੀਪ ਸਿੰਘ ਨੂੰ ਲਿਖੀ ਹੈ, ਤਾਂ ਉਹਨੂੰ ਕਿਹਾ ਕਿ ਤੂੰ ਜਾ ਕੇ ਕੁਈਨ ਵਿਕਟੋਰੀਆ ਤੋਂ ਮਾਫੀ ਮੰਗ ਲੈ ਅਤੇ ਜੋ ਤੂੰ ਪੰਗੇ ਲੈਣੇ ਛੱਡ। ਬਹੁਤ ਬੜੀ ਭੱਦੀ ਸ਼ਬਦਾਵਲੀ ਵਰਤੀ ਉਹਦੇ ਲਈ, ਹਾਂਜੀ। ਔਰ ਉਹਦਾ ਇੰਨਾ ਫਿਰ ਦਿਲ ਟੁੱਟ ਗਿਆ ਮਹਾਰਾਜਾ ਦਲੀਪ ਸਿੰਘ ਦਾ ਕਿ ਉਹ ਬਿਲਕੁਲ ਉਸ ਤੋਂ ਬਾਅਦ ਜਦੋਂ ਕਿਸੇ ਬੰਦੇ ਦਾ ਪੂਰਾ ਉਹਨੂੰ ਬੜਾ ਸੀਗਾ ਕਿ ਮੈਨੂੰ ਮਤਲਬ ਜਦ ਮੈਂ ਇੰਨੀ ਮਿਹਨਤ ਕੀਤੀ ਕਿ ਪੰਜਾਬ ਨੂੰ ਆਜ਼ਾਦ ਕਰਾਉਣਾ, ਸਿੱਖਾਂ ਦਾ ਰਾਜ ਦੁਬਾਰਾ ਲੈਣਾ, ਅਤੇ ਲੇਕਿਨ ਜੋ ਕੁਛ ਇਹਨਾਂ ਸਰਦਾਰ ਅਸੀਂ ਇਹਦੇ 'ਤੇ ਪੜਦਾ ਪਾਉਂਦੇ ਰਹੇ ਹਾਂ। ਇਹਨਾਂ ਦਾ ਮਤਲਬ ਅਸੀਂ ਹਮੇਸ਼ਾ ਢੱਕਿਆ, ਜਿਹੜਾ ਜੋ ਮਤਲਬ ਨੰਗੇ ਕਰਨ ਦੀ ਬਜਾਏ ਅਸੀਂ ਢੱਕਿਆ। ਔਰ ਉਸੇ ਕਰਕੇ ਜਿਹੜਾ ਹੈਗਾ ਕਿ ਸਾਡੀਆਂ ਜਿਹੜੀਆਂ ਪਰੰਪਰਾਵਾਂ ਨੇ, ਸਾਡੇ ਜਿਹੜੇ ਸਿਧਾਂਤ ਨੇ, ਉਹ ਠੀਕ ਮਤਲਬ ਤਰ੍ਹਾਂ ਲਾਗੂ ਕਦੇ ਹੋ ਨਹੀਂ ਸਕੇ। ਤਾਂ ਇਸ ਤੋਂ ਬਾਅਦ ਹਰਾ ਇਨਕਲਾਬ ਆਇਆ, ਫਿਰ ਅਸੀਂ ਜਿਹੜਾ ਪਹਿਲਾਂ ਡਾਕਟਰ ਸਾਹਿਬ ਐਸਜੀਪੀਸੀ ਦਾ ਜੇਕਰ ਆਪਾਂ ਅਧਿਐਨ ਕਰਕੇ ਦੇਖੀਏ, ਅੱਜ ਤੱਕ ਤੁਸੀਂ ਗੱਲ ਕਰ ਰਹੇ ਹੋ, ਤਾਂ ਮਤਲਬ ਇਹ ਗੱਲ ਵੀ ਸਮਝਾਓ ਕਿ ਵੀ ਨੁਕਸਾਨ ਹੋਇਆ ਫਿਰ ਐਸਜੀਪੀਸੀ ਬਣਨ ਦਾ, ਜਾਂ ਫਿਰ ਕੌਮ ਫਾਇਦੇ 'ਚ ਰਹੀ? ਦੇਖੋ ਕੋਈ ਵੀ ਚੀਜ਼ ਜਿਹੜੀ ਹੈ ਸਮੁੱਚੇ ਤੌਰ 'ਤੇ
ਨਾ 100% ਚੰਗੀ ਹੁੰਦੀਆਂ ਹੋ ਸਕਦੀਆਂ, ਨਾ ਮਾੜੀ ਹੋ ਸਕਦੀ ਹੈ। ਕਿ ਚਲੋ ਇਹ ਨਹੀਂ ਅਸੀਂ ਕਹਿ ਸਕਦੇ ਕਿ SGPC ਦਾ ਸਾਰਾ ਹੀ ਜਿਹੜਾ ਮਤਲਬ, ਅਸੀਂ ਇਹ ਨਹੀਂ ਕਹਿੰਦੇ ਕਿ ਉਹਦਾ ਸਾਰੇ ਦਾ ਸਾਰਾ ਜਾਂ ਉਹਦੀ ਭੂਮਿਕਾ ਗਲਤ ਹੈ ਜਾਂ ਉਹਨੇ ਕੋਈ ਫਾਇਦਾ ਨਹੀਂ ਕੀਤਾ, ਨਹੀਂ ਇਹ ਨਹੀਂ ਮੈਂ ਕਹਿ ਰਿਹਾ। ਮੈਂ ਤਾਂ ਕਹਿ ਰਿਹਾ ਕਿ ਜਿਹੜਾ ਜਿਹਦੀ ਬਣਤਰ ਹੈਗੀ ਆ, ਸਵਾਲ ਤਾਂ ਇਹ ਹੈਗਾ ਕਿ ਜਿਹੜੀ ਉਹਦੀ ਬਣਤਰ ਹੈ ਉਹ ਮਤਲਬ ਸਿੱਖ ਸਿਧਾਂਤ 'ਤੇ ਆਧਾਰਿਤ ਨਹੀਂ ਸੀ, ਸਿੱਖ ਸੰਕਲਪਾਂ ਦੇ ਆਧਾਰਿਤ ਨਹੀਂ ਸੀ। ਅੰਗਰੇਜ਼ਾਂ ਨੇ ਬਣਵਾਈ ਹੈ, ਇੱਕ ਧਾੜਵੀ ਨੇ, ਮਤਲਬ ਇੱਕ ਬਾਹਰਲੇ ਜਿਨ੍ਹਾਂ ਨੇ ਸਾਨੂੰ ਗੁਲਾਮ ਕੀਤਾ ਉਹਨਾਂ ਦੀ ਬਣਾਈ ਹੋਈ ਸੰਸਥਾ ਹੈਗੀ ਆ। ਇਹ ਤਾਂ ਕੋਈ ਮਤਲਬ ਇਹਦੇ ਬਾਰੇ ਤਾਂ ਇਹ ਤੱਕ ਇਤਿਹਾਸਕ ਸੱਚ ਹੈ, ਇਹਨੂੰ ਅਸੀਂ ਕਿੱਦਾਂ ਝੁਠਲਾਵਾਂਗੇ ਵੀ ਆਪਣੇ ਸਿੱਖਾਂ ਨੇ ਇੱਕ ਤਾਂ ਹੋਏ ਨਾ ਆਪਣੇ ਅੰਦਰੋਂ ਵਿਕਸਿਤ ਹੋਈ ਹੈ ਸੰਸਥਾ, ਇਹ ਅੰਦਰੋਂ ਨਹੀਂ ਵਿਕਸਿਤ ਹੋਈ, ਇਹ ਅੰਗਰੇਜ਼ਾਂ ਨੇ ਸਾਡੇ 'ਤੇ ਲਾਗੂ ਕੀਤੀ ਹੈ। ਉਹਦੇ 'ਚ ਦੋ ਚੀਜ਼ਾਂ ਫਰਕ ਹੁੰਦਾ ਹੈ। ਤੋ ਇਸ ਕਰਕੇ ਜ਼ਾਹਰ ਹੈ ਕਿ ਮਤਲਬ ਜਿਹੜਾ ਵੀ ਸਿੱਖ ਤਾਂ ਗੁਲਾਮ ਹੋ ਚੁੱਕੇ ਸੀਗੇ ਤੇ ਫਿਰ ਗੁਲਾਮੀ ਦੇ ਵਿੱਚ ਬਣੀ ਸੰਸਥਾ ਹੈਗੀ ਆ। ਤੋ ਮਤਲਬ ਇਸ ਕਰਕੇ ਪੂਰੀ ਤਰ੍ਹਾਂ ਜਿਹੜੀ ਹੈਗੀ ਆ ਇਹ ਸੰਸਥਾ ਜਿਹੜੀ ਸਿੱਖਾਂ ਲਈ ਫਾਇਦੇਮੰਦ ਨਹੀਂ ਹੋ ਸਕਦੀ। ਚਾਹੇ ਇਹ ਹਾਂ ਉਹਦੇ ਕੁਛ ਕੰਮ ਚੰਗੇ ਵੀ ਨੇ, ਕੋਈ ਉਹਨਾਂ ਦਾ ਜਥੇਬੰਦ ਹੋਣਾ ਜਿਹੜਾ ਹੈਗਾ ਕੋਈ, ਇਹ ਤਾਂ ਮੈਂ ਕਹਿੰਦਾ ਵੀ 100% ਵੀ ਸਾਰਾ ਹੀ ਕੰਮ ਮਾੜਾ ਹੋਇਆ ਨਹੀਂ। ਪਰ ਜੇ ਅਸੀਂ ਕਹੀਏ ਕਿ ਜੇ ਸਾਡੀ ਆਪਣੀ ਸੰਸਥਾ ਜਿਹੜੀ ਹੁੰਦੀ ਤਾਂ ਉਹ ਜਿਹੜੀ ਜੇ ਸਾਡੇ ਆਪਣੇ ਵਿਕਸਿਤ ਹੁੰਦੀ ਆਪਣੇ ਸਿਧਾਂਤ ਦੇ ਨਾਲ ਤੇ ਆਪਣੀਆਂ ਪਰਿਸਥਿਤੀਆਂ ਦੇ ਅਨੁਕੂਲ ਹੁੰਦੀ ਤਾਂ ਉਹਦੇ ਨਾਲ ਉਹ ਜ਼ਿਆਦਾ ਲਾਹੇਵੰਦ ਹੋਣੀ ਸੀਗੀ। ਜੇ ਇਹਨੇ ਕੋਈ ਜੇ ਕੀਤਾ ਵੀ ਹੈ ਕੋਈ ਕੰਮ ਚੰਗਾ ਤੇ ਮਤਲਬ ਜਿਹੜਾ ਹੈਗਾ ਉਸ ਦਰਜੇ ਦਾ ਨਹੀਂ ਹੋ ਸਕਦਾ ਜੋ ਸਾਡੀ ਆਪਣੀ ਸੰਸਥਾ ਹੁੰਦੀ। ਇਹ ਮੇਰਾ ਮੰਨਣਾ ਹੈਗਾ। ਡਾਕਟਰ ਸਾਹਿਬ, ਅੱਜ ਤੱਕ ਜਿਹੜੇ ਕੰਮ ਕਰ ਨਹੀਂ ਪਾਈ ਸ਼੍ਰੋਮਣੀ ਕਮੇਟੀ, ਭਾਵੇਂ ਸਿੱਖਿਆ ਦੇ ਖੇਤਰ ਦੇ ਵਿੱਚ ਸਿੱਖ ਬੱਚਿਆਂ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਹੋਵੇ, ਕੀ ਉਸ ਤੋਂ ਵੱਧ ਕੇ ਕਰ ਸਕਦੇ ਸੀ? ਜਿੰਨੀ ਸਮਰੱਥਾ ਸੀ ਪੈਸੇ ਦੇ ਤੌਰ 'ਤੇ, ਲੋਕਾਂ ਦੀ ਸਪੋਰਟ ਦੇ ਤੌਰ 'ਤੇ ਸਮਰੱਥਾ ਸੀ, ਜਿੰਨਾ ਕੀਤਾ ਉਸ ਤੋਂ ਵੱਧ ਕੀਤਾ ਜਾ ਸਕਦਾ ਸੀ? ਘੱਟੋ ਘੱਟ ਮੇਰਾ ਇਹ ਮੰਨਣਾ ਹੈਗਾ ਕਿ ਮੇਰਾ ਇਹ ਮੰਨਣਾ ਹੈ ਕਿ ਸਿੱਖਾਂ ਦੀਆਂ ਜਿਹੜੀਆਂ ਸੰਸਥਾਵਾਂ ਸੀਗੀਆਂ ਜਿਹੜੀਆਂ ਗੁਲਾਮ ਹੋਣ ਤੋਂ ਪਹਿਲਾਂ ਸੀਗੀਆਂ ਉਹ ਜ਼ਿਆਦਾ ਮਜ਼ਬੂਤ ਸੀਗੀਆਂ ਔਰ ਉਹਨਾਂ ਦੀ ਭੂਮਿਕਾ ਜ਼ਿਆਦਾ ਅਸਰਦਾਰ ਸੀਗੀ। ਤੇ ਹੁਣ ਤੁਸੀਂ ਕੋਈ ਵੀ ਸੰਸਥਾ ਦੇਖ ਲਓ, ਅਸੀਂ ਅਕਾਲ ਤਖਤ 'ਤੇ ਦੇਖਦੇ ਹਾਂ ਕਿ ਅਕਾਲ ਤਖਤ ਜਿਹੜੇ ਹੈਗੇ ਅਕਾਲੀ ਫੂਲਾ ਸਿੰਘ ਔਰ ਜਦੋਂ ਸਾਡੀ ਸੰਸਥਾ 'ਚੋਂ ਇੱਦਾਂ ਦਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੂੰ ਮਤਲਬ ਕਟਹਿਰੇ 'ਚ ਖੜਾ ਕਰਦਾ, ਉਦੋਂ ਮਤਲਬ ਇਹ ਤੁਸੀਂ ਉਹਦੀ ਮਜ਼ਬੂਤੀ ਦੇਖੋ ਸੰਸਥਾ ਦੀ ਕਿ ਮਹਾਰਾਜਾ ਰਣਜੀਤ ਸਿੰਘ ਰਾਜਾ ਹੈ ਮਤਲਬ, ਤੇ ਉਸ ਨੂੰ ਵੀ ਜਿਹੜਾ ਕਟਹਿਰੇ 'ਚ ਖੜਾ ਕਰ ਸਕਦੇ ਆ ਜਿਹੜੀ ਸੰਸਥਾ, ਇਹਦਾ ਮਤਲਬ ਇੰਨੀ ਸਾਡੀ ਸੰਸਥਾ ਦੇ ਦਮ ਸੀਗਾ। ਹੁਣ ਅਸੀਂ ਸੋਚ ਸਕਦੇ ਹਾਂ ਇਹ ਜਿਹੀ ਗੱਲ ਵੀ ਉਹਨੂੰ ਕੋਰਡੇ ਮਾਰਨ ਦਾ ਹੁਕਮ ਮਤਲਬ ਮਹਾਰਾਜਾ ਨੂੰ ਹੋ ਜਾਏ, ਉਸ ਦੇਸ਼ ਦੇ ਰਾਜੇ ਨੂੰ ਦੇ ਦੇਵੇ। ਤੋ ਇਹ ਸੰਸਥਾਵਾਂ ਇਹਦਾ ਮਤਲਬ ਇੰਨੀਆਂ ਮਜ਼ਬੂਤ ਸੀ, ਇੰਨੀ ਤਾਕਤ ਸੀਗੀ। ਤੋ SGPC 'ਚ ਉੱਦਾਂ ਦੀ ਤਾਕਤ ਕਿਸ ਤਰ੍ਹਾਂ ਹੋ ਸਕਦੀ ਆ? ਹੋ ਹੀ ਨਹੀਂ ਸਕਦੀ। ਜਿਹੜੀ ਕਿਉਂਕਿ ਸੰਸਥਾਵਾਂ ਜਿਹੜੀਆਂ ਬਣਦੀਆਂ ਨੇ, ਜਿਹੜੀ ਚੀਜ਼ ਦੋ ਤਰ੍ਹਾਂ ਹੁੰਦੀ ਹੈ ਕੋਈ ਵੀ ਚੀਜ਼, ਜਾਂ ਉਹਦਾ ਅੰਦਰੂਨੀ ਵਿਕਾਸ ਹੁੰਦਾ ਵਿਕਸਿਤ, ਇਵੋਲਵ ਜਿਹਨੂੰ ਆਪਾਂ ਕਹਿੰਦੇ ਅੰਗਰੇਜ਼ੀ 'ਚ ਕਹਿੰਦੇ ਹਾਂ, ਇਵੋਲਵ ਹੋਣੀ, ਜਾਂ ਉੱਪਰੋਂ ਠੋਸੀ ਜਾਣੀ, ਇੰਪੋਜ਼। ਹੁਣ ਇਹ ਜਿਹੜੀ ਸੰਸਥਾ ਹੈ ਚਾਹੇ SGPC ਹੈ ਜਾਂ ਜੋ ਵੀ ਸੰਸਥਾਵਾਂ ਅੰਗਰੇਜ਼ਾਂ ਤੋਂ ਬਾਅਦ ਬਣੀਆਂ ਨੇ, ਇਹ ਇਵੋਲਵ ਨਹੀਂ ਹੋਈਆਂ, ਇਹ ਇੰਪੋਜ਼ ਹੋਈਆਂ ਹੈਗੀਆਂ। ਤਾਂ ਜ਼ਾਹਰ ਹੈ ਕਿ ਮੈਂ ਨਹੀਂ ਕਹਿੰਦਾ ਕਿ ਜਿਹੜੀ ਵੀ ਚੀਜ਼ ਇੰਪੋਜ਼ ਹੁੰਦੀ ਹੈ ਉਹ ਮਾੜੀ ਹੁੰਦੀ ਹੈ, ਉਹਦੀ ਕੋਈ ਉਹਦੇ 'ਚ ਵੀ ਉਹ ਸਮਰੱਥਾ ਹੈ ਕੋਈ ਚੰਗਾ ਕੰਮ ਕਰਨ ਦੀ। ਇਹ ਤਾਂ ਮਤਲਬ ਇਹ ਨਹੀਂ ਹੁੰਦਾ ਵੀ ਇੱਦਾਂ ਹੋ ਹੀ ਨਹੀਂ ਸਕਦਾ, ਹੋ ਸਕਦਾ। ਲੇਕਿਨ ਇੱਕ ਸਿਧਾਂਤ ਜ਼ਰੂਰ ਹੈ ਜਿਹੜਾ ਪਰਖਿਆ ਹੋਇਆ ਮਤਲਬ ਸਿਧਾਂਤ ਹੈ, ਪਰਨਾਇਆ ਹੋਇਆ ਸਿਧਾਂਤ ਹੈ ਕਿ ਜਦੋਂ ਦੋ ਚੀਜ਼ਾਂ 'ਚ ਅਸੀਂ ਫਰਕ ਦੇਖਦੇ ਹਾਂ, ਇੱਕ ਚੀਜ਼ ਜਿਹੜੀ ਅੰਦਰੂਨੀ ਵਿਕਸਿਤ ਹੋਈ ਹੈ, ਅੰਦਰੂਨੀ ਵਿਕਸਿਤ ਹੋਈ ਹੈ, ਇੱਕ ਜਿਹੜੀ ਠੋਸੀ ਗਈ ਹੈ ਉੱਪਰੋਂ, ਇੱਕ ਥੱਲਿਓਂ ਮਤਲਬ ਉੱਪਰ ਗਈ ਹੈ, ਇੱਕ ਉੱਪਰੋਂ ਥੱਲੇ ਆਈ ਹੈ। ਤਾਂ ਜਿਹਦੀ ਅੰਗਰੇਜ਼ੀ 'ਚ ਕਹਿੰਦੇ ਇਵੋਲਵ ਹੋਈ ਹੈ, ਥੱਲਿਓਂ ਉੱਪਰ ਗਈ ਹੈ, ਉੱਪਰੋਂ ਥੱਲੇ ਜਿਹੜੀ ਆਈ ਹੈ ਉਹਨੂੰ ਕਹਿੰਦੇ ਇੰਪੋਜ਼। ਇਹ ਹਮੇਸ਼ਾ ਮਤਲਬ ਜਿਹੜਾ ਇਸ ਗੱਲ ਦੀ ਪੁਸ਼ਟੀ ਹਰ ਇੱਕ ਤੱਥ ਕਰੇਗਾ ਕਿ ਦੋਵਾਂ ਦੇ ਵਿੱਚੋਂ ਹਮੇਸ਼ਾ ਜਿਹੜੀ ਇਵੋਲਵਡ ਜਿਹੜੀ ਚੀਜ਼ ਹੈ ਉਹ ਜ਼ਿਆਦਾ ਅਸਰਦਾਰ ਹੁੰਦੀ ਹੈ, ਉਹ ਜ਼ਿਆਦਾ ਮਤਲਬ ਤਕੜੀ ਹੁੰਦੀ ਹੈ। ਤਾਂ ਇਸ ਕਰਕੇ ਜ਼ਾਹਰ ਹੈ ਕਿ ਅਸੀਂ ਨਹੀਂ ਕਹਿੰਦੇ ਵੀ ਇਹਨਾਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ, ਜ਼ਾਹਰ ਹੈ ਚੰਗੇ ਕੰਮ ਵੀ ਕੀਤੇ ਵੀ। ਜਥੇਬੰਦ ਹੋਣਾ ਆਪਣੇ ਆਪ 'ਚ ਇੱਕ ਚੰਗਾ ਕੰਮ ਹੈ ਕਿ ਕੋਈ ਵੀ, ਤਾਂ ਇਸ ਕਰਕੇ ਚਲੋ ਭਾਵੇਂ ਉੱਪਰੋਂ ਮਤਲਬ ਹੋ ਗਈ, ਇਵੋਲਵ ਨਹੀਂ ਹੋ ਸਕੀ, ਪਰ ਇੱਕ ਜਥੇਬੰਦਕ ਹੋਣਾ ਸਿੱਖਾਂ ਦਾ ਜਿਹੜਾ ਕੋਈ ਜਥੇਬੰਦੀ ਬਣਨਾ ਉਹ ਆਪਣੇ ਆਪ 'ਚ ਇੱਕ ਜਿਹੜੀ ਹੈ ਚੰਗੀ ਗੱਲ ਹੈ ਕਿ ਉਹਦੇ ਵਿੱਚ ਇੱਕ ਜਥੇਬੰਦੀ, ਕੋਈ ਗੈਰ ਜਥੇਬੰਦ ਨਾਲੋਂ ਜਥੇਬੰਦੀ ਹੋਣੀ ਇੱਕ ਜ਼ਿਆਦਾ ਅੱਛੀ ਹੈ। तो इस करके कुल मिला के
ਵੱਡੇ ਧਰਮਾਂ ਦੇ ਵਿੱਚੋਂ ਜਾਂ ਫਿਰ ਸੰਸਾਰ ਪੱਧਰ ਦੇ ਧਰਮਾਂ ਦੇ ਵਿੱਚੋਂ ਜੋ ਗੱਲ ਨਿਕਲੀ ਹੈ, ਗੱਲ ਇਹ ਹੈ ਕਿ ਸਿੱਖ ਧਰਮ ਦੇ ਵਿੱਚ ਹੀ ਆਹ ਇਲੈਕਸ਼ਨ ਬਾਈ ਨੰਬਰ ਤੁਸੀਂ ਜ਼ਿਕਰ ਕੀਤਾ ਕਿ ਇੱਦਾਂ ਇੱਕ ਚੋਣ ਹੁੰਦੀ ਹੈ, ਹੋਰ ਕਿਸੇ ਧਰਮ ਦੇ ਵਿੱਚ ਚੋਣ ਨਹੀਂ ਹੁੰਦੀ। ਵੀ ਜੇਕਰ ਚਾਹੁੰਦੇ ਵੀ ਜਾਂ ਫਿਰ ਹੁਣ ਜਿਵੇਂ ਚੋਣ SGPC ਦੇ ਵਿੱਚੋਂ, ਸ਼੍ਰੋਮਣੀ ਕਮੇਟੀ ਦੇ ਵਿੱਚੋਂ ਐਜੂਕੇਸ਼ਨ ਦੇ ਤੌਰ ਤੇ ਜੋ ਸਿੱਖ ਸਿਧਾਂਤ ਵੀ ਹੈਗਾ, ਸ਼ਬਦ ਨੂੰ ਗੁਰੂ ਮੰਨਿਆ ਗਿਆ, ਉਸ ਚੀਜ਼ ਨੂੰ ਵੱਧ ਚੜ੍ਹ ਕੇ ਕੀਤਾ ਜਾ ਸਕਦਾ ਅੱਗੇ ਸਪੇਸ ਦੇ ਸਮਾਂ ਬਚਦਾ ਇਹਦੇ 'ਚ। ਮੈਂ ਤਾਂ ਇਹ ਕਹਿੰਦਾ ਕਿ ਦੇਖੋ, ਜੇ ਸਾਡੇ ਸੰਸਥਾਵਾਂ ਆਪਣੇ ਤੌਰ ਤੇ ਵਿਕਸਿਤ ਹੁੰਦੀਆਂ ਆਪਣੇ ਸਿਧਾਂਤ ਦੇ ਅਨੁਸਾਰ, ਜਿੱਦਾਂ ਮੈਂ ਅਸੀਂ ਦੱਸਿਆ ਵੀ ਇਹ ਸਿੱਖ ਸਿਧਾਂਤ ਨਹੀਂ ਸੀਗਾ ਜੋ ਵੋਟਾਂ ਪਵਾਉਣ ਵਾਲਾ ਜਿਹੜਾ ਸਿਧਾਂਤ ਹੈ ਵੀ ਬਹੁ ਗਿਣਤੀ ਦੇ ਨਾਲ ਕੋਈ ਮਤਲਬ ਜਿਹੜਾ ਵੋਟਾਂ ਪਵਾ ਕੇ ਕਿਸੇ ਨੂੰ ਅੱਗੇ ਲਿਆਓ, ਇਹ ਸਿੱਖ ਸਿਧਾਂਤ ਕਦੀ ਵੀ ਨਹੀਂ ਸੀ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ। ਇਹ ਜਿਹੜਾ ਜੇ ਸਾਡੇ ਸਿਧਾਂਤ ਦੇ ਅਨੁਕੂਲ ਜਿਹੜੀਆਂ ਸੰਸਥਾਵਾਂ ਬਣਦੀਆਂ ਤਾਂ ਮੇਰਾ ਇਹ ਮੰਨਣਾ ਹੈ ਕਿ ਉਹ ਇਸ ਤੋਂ ਜ਼ਿਆਦਾ ਅੱਛੀਆਂ ਹੁੰਦੀਆਂ, ਉਹ ਜ਼ਿਆਦਾ ਅਸਰਦਾਰ ਹੁੰਦੀਆਂ। ਤਾਂ ਇਹ ਮੈਂ ਨਹੀਂ ਕਹਿ ਰਿਹਾ ਕਿ ਇਹਨਾਂ ਦਾ ਕੋਈ ਚੰਗਾ ਕੰਮ ਨਹੀਂ, ਜ਼ਾਹਰ ਹੈ ਕਿ ਜਿੱਦਾਂ ਮੈਂ ਕਿਹਾ ਕਿ ਜਥੇਬੰਦ ਹੋਣਾ ਆਪਣੇ ਆਪ 'ਚ ਇੱਕ ਅੱਛੀ ਗੱਲ ਹੈ ਕਿ ਕੋਈ ਮਤਲਬ, ਤਾਂ ਇਸ ਕਰਕੇ ਇਹਨਾਂ ਦੀਆਂ ਕਈ ਕੰਮ ਅੱਛੇ ਵੀ ਨੇ। ਮੈਂ ਮਤਲਬ ਸਮੁੱਚੇ ਤੌਰ ਤੇ ਨਹੀਂ ਕਹਿੰਦਾ ਵੀ ਸਾਰਿਆਂ ਇਹਨਾਂ ਨੇ ਕੋਈ ਚੰਗਾ ਕੰਮ ਕੀਤਾ ਹੀ ਨਹੀਂ, ਬਹੁਤ ਕੰਮ ਅੱਛੇ ਵੀ ਹੋਏ ਨੇ ਸਿੱਖਾਂ ਦੇ। ਲੇਕਿਨ ਕਹਿ ਮੈਂ ਇਹ ਰਿਹਾ ਕਿ ਅਗਰ ਸਾਡੀਆਂ ਸੰਸਥਾਵਾਂ ਸਾਡੇ ਸਿਧਾਂਤ ਦੇ ਅਨੁਕੂਲ ਵਿਕਸਿਤ ਹੁੰਦੀਆਂ ਤਾਂ ਉਹਨਾਂ ਦੇ ਬਹੁਤ ਜ਼ਿਆਦਾ ਅੱਛੇ ਕੰਮ ਹੋਣੇ ਸੀ, ਬਹੁਤ ਜ਼ਿਆਦਾ ਅਸਰਦਾਰ ਹੋਣੀਆਂ ਸੀ, ਬਹੁਤ ਇਹਦੇ ਤੋਂ ਉੱਚ ਪੱਧਰੀਆਂ ਹੋਣੀਆਂ ਚਾਹੀਦੀਆਂ। ਔਰ ਇਹ ਮੈਂ ਕਹਿ ਨਹੀਂ ਰਿਹਾ, ਇਹ ਇਤਿਹਾਸ ਇਸ ਦੀ ਜਿਹੜੀ ਪੁਸ਼ਟੀ ਕਰਦਾ ਹੈ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ, ਗੁਲਾਮ ਹੋਣ ਤੋਂ ਪਹਿਲਾਂ ਜਿਹੜੀਆਂ ਸਾਡੀਆਂ ਸੰਸਥਾਵਾਂ ਸੀਗੀਆਂ ਉਹਨਾਂ, ਔਰ ਜਿਹੜੀ ਕੈਲੀਬਰ ਦੇ ਜਿਸ ਪੱਧਰ ਦੇ ਉਹਨਾਂ 'ਚੋਂ ਨੇਤਾ ਪੈਦਾ ਹੋ ਰਹੇ ਸੀਗੇ, ਉਹਨਾਂ ਦਾ ਤੁਸੀਂ ਦੇਖ ਲਓ ਹੁਣ ਦੇ ਨੇਤਾਵਾਂ ਨਾਲ, ਜਿਹੜੇ ਸਿੱਖ ਨੇਤਾ ਨੇ ਇਹਨਾਂ ਨਾਲ ਤੁਲਨਾ ਕਰਕੇ ਦੇਖ ਲਓ। ਜਿਹੜੇ ਨੇਤਾ ਜਿਹੜੇ ਸਾਡੀਆਂ ਮਤਲਬ ਪਰੰਪਰਾਵਾਂ, ਸਾਡੀਆਂ ਸੰਸਥਾਵਾਂ ਜਿਹੜੀਆਂ ਸਾਡੇ ਸਿਧਾਂਤ ਦੇ ਅਨੁਕੂਲ ਨੇ, ਉਹਨਾਂ 'ਚੋਂ ਜਿਹੜੇ ਨੇਤਾ ਆਏ, ਚਾਹੇ ਦੇਖ ਲਓ ਤੁਸੀਂ ਜਿਹੜੇ ਬਾਬਤਮਕ ਚੇਂਜ, ਸਿਫਤੀ ਤਬਦੀਲੀ, ਕੁਆਲੀਟੇਟਿਵ ਚੇਂਜ ਦੇਖ ਸਕਦੇ ਹੋ ਕਿ ਜਿਸ ਪੱਧਰ ਦੇ ਲੀਡਰ ਅਸੀਂ ਪੈਦਾ ਕੀਤੇ ਜਦੋਂ ਸਾਡੀਆਂ ਸੰਸਥਾਵਾਂ ਸਾਡੇ ਅਨੁਕੂਲ ਸੀ, ਸਾਡੇ ਸਿਧਾਂਤ ਦੇ ਅਨੁਕੂਲ ਸੀ, ਉਹਨਾਂ ਦਾ ਕੀ ਪੱਧਰ ਸੀਗਾ। ਤੇ ਜਿਹੜੇ ਹੁਣ ਨੇਤਾ ਚੁਣੇ ਜਾ ਰਹੇ ਨੇ, ਜਾਂ ਉਸ ਤੋਂ ਬਾਅਦ ਜਦੋਂ ਸਾਡਾ ਜਿਹੜਾ ਅਸੀਂ ਗੁਲਾਮ ਹੋ ਗਏ ਤੇ ਜਿਹੜੇ ਉਸ ਪੱਧਰ ਦੇ ਨੇਤਾ ਅਸੀਂ ਪੈਦਾ ਨਹੀਂ ਕਰ ਸਕੇ। ਇਹ ਤਾਂ ਸੱਚਾਈ ਹਰ ਇੱਕ ਨੂੰ ਮੰਨਣੀ ਪੈਣੀ ਹੈ ਜੀ, ਬਿਲਕੁਲ। ਕਿਉਂਕਿ ਗੱਲ ਉਹੀ ਆ ਜਾਂਦੀ ਹੈ ਕਿ ਉਦੋਂ ਆਪਣੀ ਸਮਰੱਥਾ ਅਨੁਸਾਰ ਅੱਗੋਂ ਨਿਕਲ ਕੇ ਆਏ ਸੀ, ਅੱਜ ਅਸੀਂ ਵੋਟ ਦੇ ਰੂਪ ਵਿੱਚ ਚੁਣਦੇ। ਤਾਂ ਜ਼ਾਹਰ ਹੈ ਕਿ ਇਹਦਾ ਮਤਲਬ ਕਿ ਜੇ ਸਾਡੇ ਆਗੂ ਚੰਗੇ ਸੀ, ਜਿਹੜੇ ਇਤਿਹਾਸਕ ਤੌਰ ਤੇ ਪ੍ਰਮਾਣਿਤ ਹੈ, ਉਹਨਾਂ ਦਾ ਜਿਹੜਾ ਕਿਰਦਾਰ ਹੈ, ਉਹਨਾਂ ਦਾ ਭੂਮਿਕਾ ਇਤਿਹਾਸ ਦੇ ਵਿੱਚ ਅੱਜ ਦੇ ਆਗੂਆਂ ਨਾਲੋਂ ਕਿਤੇ ਮਹਾਨ ਹੈ। ਤਾਂ ਇਹਦਾ ਮਤਲਬ ਹੈ ਕਿ ਇਹ ਸਾਡੇ ਸਿਧਾਂਤ ਦੀ ਵੀ ਪੁਸ਼ਟੀ ਹੁੰਦੀ ਹੈ ਕਿ ਜਿਸ ਸਿਧਾਂਤ ਦੇ ਅਨੁਸਾਰ, ਜਿਸ ਸੰਕਲਪ ਦੇ ਅਨੁਸਾਰ ਨੇਤਾ ਚੁਣੇ ਜਾਂਦੇ ਨੇ, ਜਿਸ ਤਰ੍ਹਾਂ ਅਸੀਂ ਉੱਥੇ ਹੀ ਗੱਲ ਤੇ ਦੁਬਾਰਾ ਆਉਂਦੇ ਹਾਂ ਵੀ ਜਿਹੜਾ ਸਿਲੈਕਸ਼ਨ ਬਾਈ ਕੰਸੈਂਸਸ, ਬਈ ਚੰਗੇ ਬੰਦੇ ਦੀ ਸਰਬਸਹਿਮਤੀ ਨਾਲ ਜਿਹੜਾ ਹੈਗਾ ਉਹਨੂੰ ਚੋਣ, ਤੇ ਵਰਸਸ ਬਨਾਮ ਜਿਹੜਾ ਹੈਗਾ ਇਲੈਕਸ਼ਨ ਬਾਈ ਨੰਬਰ ਗਿਣਤੀ ਦੇ ਨਾਲ ਵੋਟਾਂ ਪਾ ਕੇ, ਉਹਦੇ ਵਿੱਚੋਂ ਸਾਡਾ ਇਤਿਹਾਸਿਕ ਤਜਰਬਾ ਬੜੀ ਸਪਸ਼ਟ ਦੱਸ ਰਿਹਾ ਕਿ ਜਿਹੜੇ ਲੀਡਰ ਜਿਹੜੇ ਵਧੀਆ ਸਾਡੇ ਤਰੀਕੇ ਨਾਲ ਚੁਣੇ ਜਾਂਦੇ ਨੇ, ਇਹਦੇ 'ਚ ਕੋਈ ਦੋ ਰਾਏ ਹੋ ਨਹੀਂ ਸਕਦੀਆਂ। ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਬਹੁਤ ਤੁਸੀਂ ਖੂਬਸੂਰਤ ਵਿਚਾਰ ਰੱਖੇ, ਧੰਨਵਾਦ ਤੁਹਾਡਾ। ਦੋਸਤੋ, ਮੇਰੇ ਨਾਲ ਗੱਲਬਾਤ ਕਰ ਰਹੇ ਸੀ ਡਾਕਟਰ ਸਵਰਾਜ ਸਿੰਘ, ਵਿਸ਼ਵ ਚਿੰਤਕ। ਤਮਾਮ ਸਿੱਖ ਜੋ ਸਾਡਾ ਮਸਲੇ ਨੇ ਜਾਂ ਸਾਡੀ ਸਿੱਖ ਸ਼ਖਸੀਅਤਾਂ ਨੇ, ਗੱਲ ਭਾਵੇਂ ਸ਼੍ਰੋਮਣੀ ਕਮੇਟੀ ਤੋਂ ਸ਼ੁਰੂ ਹੋਈ ਸੀ, ਪਰ ਡਾਕਟਰ ਸਾਹਿਬ ਨੇ ਜਿਵੇਂ ਕਹਿੰਦੇ ਕਿ ਕੁਝ ਸਮੁੰਦਰ ਬੰਦ ਕਰਤਾ। ਇਸ 20-25 ਮਿੰਟ ਦੀ ਗੱਲਬਾਤ ਦੇ ਵਿੱਚ ਬੜੀਆਂ ਅਹਿਮ ਗੱਲਾਂ ਤੁਹਾਡੇ ਸਾਹਮਣੇ ਰੱਖੀਆਂ ਨੇ। ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਦੀ ਤਰ੍ਹਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਭੇਜਿਓ। ਸ਼ੁਕਰੀਆ।